कुछ बंदियां ने एक प्रयोग किया, उन्होंने दो बांदर पिंजरे च ताड़ते ते पिंजरे दे उत्ते ना केला बन्नता। हुण बांदर जदों केले वल जाया करन ते बांदरां नूं कढ के चंगी तरह कुट्टिया करन, ओह फिर बांदर केले वल नूं जाण, फिर चंगी तरह उन्हां नूं कुट्टण। यह सिलसिला 5-7 दिन चलिया। 5-7 दिन बाद बांदरां नूं ऐ लगन लग गया भी केले वल नूं जाना गुनाह, हालांकि केला तो बांदर खाऊगा ही। उदों बाद उन्होंने एक नवा बांदर उस पिंजरे च वाड़ता। जदों नवा बांदर वाड़ता, हुण उहनूं पता नहीं सी भी इत्थे की सिलसिला चलदा। हुण ओह केले वल नूं जाण लग्या। जदों केले वल नूं जाण लग्या, हुण बाहर जिहड़े बंदियां ने प्रयोग कीता सी उहनां नूं कुੱਟਣ ਦੀ ਜ਼ਰੂਰਤ नहीं पई। ਉਹ ਬਾਂਦਰਾਂ ਨਹੀਂ ਢਾਲਿਆ ਫੜ ਕੇ ਵੀ ਤੂੰ ਸਾਲਿਆ ਸਾਡੇ ਛਿੱਤਰ ਪਵਾਏਂਗਾ। ਹੁਣ ਸਾਡੇ ਨਾਲ ਕੀ ਹੁੰਦਾ, ਜਿਹੜਾ ਕੌਮੀਅਤ ਦੀ ਸਾਡੀ ਗੱਲ ਕਰਦਾ ਸੀ ਆਪ ਹੀ ਉਹਨੂੰ ਢਾ ਲੈਂਦੇ ਆ। ਸਹੀ ਹੈ। ਕੌਮੀਅਤ ਵੱਲ ਜਾਣਾ ਗੁਨਾਹ ਥੋੜੀ ਆ, ਆਪਦੀ ਕੌਮੀਅਤ ਦੀ ਗੱਲ ਕਰਨੀ ਗੁਨਾਹ ਥੋੜੀ ਆ, ਪਰ ਅਸੀਂ ਆਪ ਹੀ ਢਾ ਲੈਂਦੇ ਆ ਵੀ ਨਹੀਂ ਯਾਰ ਤੂੰ ਸਾਡੇ ਛਿੱਤਰ ਪਵਾਏਂਗਾ, ਇਹ ਬੰਦੇ ਮਰਵਾਊਗਾ ਸਾਡੇ। ਉਹ ਬੰਦੇ ਤਾਂ ਸਾਡੇ ਮਾਰਨੇ ਹੀ ਆ, 3.5 ਲੱਖ ਬੰਦੇ ਮਾਰਤੇ। ਅੱਜ ਤੱਕ ਨਿਆਂ ਦਿੱਤਾ? ਅੱਜ ਤੱਕ ਜਿਹੜੀ ਵੀ ਪਾਰਟੀ ਇੱਥੇ ਸਰਕਾਰ ਬਣਾਉਂਦੀ ਆ, ਸੈਂਟਰ 'ਚ ਸਰਕਾਰ ਬਣਾਉਂਦੀ ਆ, ਇਹ ਜ਼ਰੂਰ ਕਹਿ ਦੇਣਗੇ ਵੀ ਨਹੀਂ ਸਿੱਖਾਂ ਨਾਲ ਧੱਕਾ ਹੋ ਗਿਆ। ਕੋਈ ਮਾੜਾ ਮੋਟਾ ਸਿੱਖਾਂ ਨਾਲ ਵੀ ਨਹੀਂ ਕਹਿਣਗੇ ਪੰਜਾਬ 'ਚ ਧੱਕਾ ਹੋਇਆ, ਸਪੈਸੀਫਿਕ ਕਦੇ ਨਹੀਂ ਹੋਣਗੇ ਵੀ ਰਹਿੰਦੇ ਕੌਣ ਆ, ਕਿਹਦੀ ਨਸਲਕੁਸ਼ੀ ਹੋਈ ਆ। ਬਸ ਜਾਂ ਇਹ ਕਹਿ ਦੇਣਗੇ ਵੀ ਹਾਂ ਸਿੱਖਾਂ ਨਾਲ ਧੱਕਾ ਹੋਇਆ। ਧੱਕਾ ਹੋਇਆ ਤਾਂ ਤੁਸੀਂ ਕੋਈ ਨਿਆਂ ਦਿੱਤਾ ਸਾਨੂੰ? ਅਸਲ ਗੱਲ ਤਾਂ ਇੱਥੇ ਆਓ ਨਾ। ਆਰਟੀਕਲ ਕਾਮਰੇਡ ਲਿਖਦੇ ਆ ਵੀ ਪੰਜਾਬ 'ਚ ਮੈਕਸਿਮਮ ਗਨ ਪੋਜੈਸ਼ਨ ਆ, ਗਨ ਹਥਿਆਰ ਰੱਖਣ ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਇੱਕ ਰਿਵਾਜ ਪੰਜਾਬ 'ਚ। ਪਰ ਇਹ ਪੁਆਇੰਟ ਮਿਸ ਕਰਨਗੇ, ਇਹ ਨਹੀਂ ਦੱਸਦੇ ਵੀ ਮਿਨੀਮਮ ਕ੍ਰਾਈਮ ਰੇਟ ਆ ਪੰਜਾਬ 'ਚ ਗਨ ਦਾ ਕ੍ਰਾਈਮ ਸਾਰੇ ਦੇਸ਼ ਨਾਲੋਂ। ਸਾਨੂੰ ਬਦਨਾਮ ਕਰਨਗੇ, ਸਾਡੇ ਤੇ ਬਦਨਾਮ ਕਰਨ ਖਾਤਰ ਨਾਲ ਕਾਮਰੇਡ ਲਾਣਾ ਮਾਊਥਪੀਸ ਬਣੂਗਾ ਉਹਨਾਂ ਦਾ। ਫਿਰ ਆਪਦੇ ਅਖਬਾਰਾਂ ਰਾਹੀਂ, ਚੈਨਲਾਂ ਰਾਹੀਂ ਪੰਜਾਬ 'ਚ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਗਈ ਆ। ਪੰਜਾਬ 'ਚ ਤਾਂ ਜਿਹੜੀ ਇੱਕ ਮੇਲ ਡੋਮੀਨੇਟਡ ਪੁਰਸ਼ ਪ੍ਰਧਾਨ ਸੁਸਾਇਟੀ ਆ, ਇਹ ਸਾਰਾ ਕੁਝ ਜੋ ਰਚਿਆ ਜਾਂਦਾ ਨਾ, ਇਹ ਕੌਮਾਂ ਤੇ ਜੈਨੋਸਾਈਡ ਜਾਂ ਉਹਨਾਂ ਤੇ ਜ਼ੁਲਮ ਕਰਨ ਲਈ ਰਚਿਆ ਜਾਂਦਾ। ਕਿਹੜੀ ਮੇਲ ਪ੍ਰਧਾਨ ਸੁਸਾਇਟੀ ਆ? ਸਭ ਤੋਂ ਵੱਧ ਜਿਹੜਾ ਵਿਮਨ ਤੇ ਅਤਿਆਚਾਰ ਹੁੰਦੇ ਆ, ਜ਼ੁਲਮ ਹੁੰਦੇ ਆ, ਉਹ ਦਿੱਲੀ ਯੂਪੀ 'ਚ ਹੁੰਦੇ ਆ। ਤੇ ਕੇਜਰੀਵਾਲ ਇੱਥੇ ਆ ਕੇ ਸਾਨੂੰ ਸ਼ਾਂਤੀ ਮਾਰਚ ਕਰੀ ਜਾਂਦਾ ਤਿਰੰਗਾ ਫੜ ਕੇ। ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਏ ਗਏ ਸੀ, ਨਾਲ ਕਿਸਾਨੀ ਝੰਡਾ ਚਲਾਇਆ ਗਿਆ ਸੀ, ਉਦੋਂ ਵੀ ਚੀਕਾਂ ਨਿਕਲ ਗਈਆਂ ਸੀ ਨਾ ਗੁਲਾਮਾਂ ਦੀਆਂ ਵੀ ਯਾਰ ਬੜੀ ਗਲਤ ਗੱਲ ਹੋ ਗਈ, ਆਹ ਦੇਖੋ ਆਹ ਤਾਂ ਬਹੁਤ ਗਲਤ ਗੱਲ। ਉਹ ਬਾਂਦਰਾਂ ਵਾਲੀ ਮਾਨਸਿਕਤਾ। ਜਦੋਂ ਤੱਕ ਅਸੀਂ ਇਹ ਨਹੀਂ ਸਮਝਦੇ, ਇਸ ਗੁਲਾਮ ਸੋਚ ਤੋਂ ਆਪਦੇ ਆਪ ਨੂੰ ਆਜ਼ਾਦ ਨਹੀਂ ਕਰਦੇ, ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਣਾ ਸਾਡਾ ਆਗੂ ਕੌਣ ਆ, ਸਾਡਾ ਜਰਨੈਲ ਕੌਣ ਆ। ਫਿਰ ਜਿਹੜਾ ਸਾਡੀ ਕੌਮੀਅਤ ਦੀ ਗੱਲ ਕਰੂਗਾ, ਜਿਵੇਂ ਮਾਨ ਸਾਹਿਬ ਕਰਦੇ ਆ, ਅਸੀਂ ਉਹਨੂੰ ਆਪ ਹੀ ਢਾ ਲੈਂਦੇ ਆ। ਫਿਰ ਕਿੱਥੇ ਰਹੇਗੀ ਸਾਡੀ ਜ਼ਮੀਰ? ਕਿੱਥੇ ਰਹੇਗੀ? ਕਿੱਥੇ ਨਸਲਾਂ ਨੂੰ ਬਚਾ ਲਾਂਗੇ? ਕਿੱਥੇ ਆਪਦੇ ਅਕੀਦਿਆਂ ਨੂੰ, ਸਾਡੇ ਗ੍ਰੰਥਾਂ ਨੂੰ ਬਚਾ ਲਾਂਗੇ? ਸੋ ਇਸ ਗੁਲਾਮ ਮਾਨਸਿਕਤਾ, ਇਹ ਮਾਨਸਿਕ ਨਸਲਕੁਸ਼ੀ ਆ ਜਿਹੜੀ ਲਗਾਤਾਰ ਕੀਤੀ ਜਾ ਰਹੀ ਆ। ਸਾਰੀਆਂ ਪਾਰਟੀਆਂ ਆ ਕੇ ਹਮੇਸ਼ਾ ਐਜੂਕੇਸ਼ਨ ਨੂੰ ਮੂਹਰੇ ਰੱਖਦੀਆਂ। ਅਸੀਂ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਦੇਵਾਂਗੇ। ਯਾਰ ਐਜੂਕੇਸ਼ਨ ਦੇਣੀ ਜ਼ਰੂਰੀ ਨਹੀਂ ਆ, ਤੁਸੀਂ ਐਜੂਕੇਸ਼ਨ 'ਚ ਪੜ੍ਹਾ ਕੀ ਰਹੇ ਹੋ ਜ਼ਰੂਰੀ ਉਹ ਆ। ਕੰਟੈਂਟ ਜ਼ਰੂਰੀ ਆ ਨਾ। ਕੰਟੈਂਟ ਤੁਹਾਡਾ ਪੰਜਾਬ ਪੱਖੀ ਹੈ ਕਿ ਨਹੀਂ, ਦੈਟ ਇਜ਼ ਇੰਪੋਰਟੈਂਟ। ਇਹ ਨਹੀਂ ਵੀ ਤੁਸੀਂ ਐਜੂਕੇਟ ਕਰਨਾ। ਐਜੂਕੇਟ ਕਰਦੇ ਹੋ ਤੁਸੀਂ ਦਿੱਲੀ ਦੇ ਜਿਹੜੇ ਨੈਰੇਟਿਵ ਨਾਲ, ਉਹਨਾਂ ਨੂੰ ਤੁਸੀਂ ਅੱਜ ਪੰਜਾਬ 'ਚ ਜਿਸ ਲੈਵਲ ਤੇ ਹਿੰਦੀ ਸਥਾਪਿਤ ਹੋ ਗਈ ਤੇ ਅਸੀਂ ਆਪਦੀ ਪੰਜਾਬੀ ਲਈ ਸੰਘਰਸ਼ ਕਰਦੇ ਰਹਿੰਦੇ ਹਾਂ। ਸਾਡੀ ਮਾਂ ਬੋਲੀ ਹੈ ਪੰਜਾਬੀ, ਉਹਦੇ ਲਈ ਸੰਘਰਸ਼ ਕਰਦੇ ਆ ਤੇ ਹਿੰਦੀ ਸਥਾਪਿਤ ਹੋ ਗਈ ਇੱਥੇ ਆ ਕੇ। ਪਰ ਇਹਦਾ ਕੀ ਮਤਲਬ ਆ? ਇਹਦਾ ਮਤਲਬ ਪੰਜਾਬ 'ਚ ਅਸੀਂ ਦਿੱਲੀ ਇੰਡੀਅਨ ਸਟੇਟ ਦੇ ਗੁਲਾਮ ਆ। ਸਾਨੂੰ ਗੁਲਾਮੀ ਦੀਆਂ ਨਿਸ਼ਾਨੀਆਂ ਇਹੀ ਹੁੰਦੀਆਂ, ਕੋਈ ਸੰਗਲ ਨਹੀਂ ਗਲਾਂ 'ਚ ਪਾਏ ਜਾਂਦੇ। ਜਿੱਦੇ ਇੱਕ ਹੋਰ ਐਗਜ਼ਾਮਪਲ ਦਿੰਨਾ, ਬਾਪੂ ਜੀ ਸਰਦਾਰ ਗੁਰਚਰਨ ਸਿੰਘ ਜੀ ਇੱਥੇ ਬੈਠੇ ਆ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆ ਬਾਈ ਜੀ ਪੁਲਿਸ 'ਚ ਖੜੇ ਆ ਨਾਲ ਆਪਣੇ, ਇਹ ਵੀ ਸਾਡੇ ਚੋਂ ਹੀ ਆ। ਜਦੋਂ ਕੱਲ ਨੂੰ ਕੋਈ ਪਛਾਣ ਤੇ ਹਮਲਾ ਹੋਊਗਾ, ਆਹ ਪਛਾਣ ਦਸਤਾਰ ਜੋ ਸਜਾਈ ਆ ਇਹਨਾਂ ਨੇ, ਇਹਦੇ ਤੇ ਵੀ ਹੋਊਗਾ। ਬਖਸ਼ਿਆ ਕੋਈ ਨਹੀਂ ਜਾਂਦਾ ਫਿਰ।
ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਵਰਨਰ ਹਾਊਸ ਗਏ ਤੇ ਉਹਨਾਂ ਦੀ ਏਡੀਸੀ ਕੋਲੇ ਤੇ ਹੋਰ ਪੁਲਿਸ ਅਫਸਰ ਬੈਠੇ ਸੀ ਤੇ ਉਹ ਮਨਾ ਕਰ ਰਹੇ ਸੀ ਵੀ ਗਵਰਨਰ ਸਾਹਿਬ ਨਹੀਂ ਮਿਲਣਗੇ। ਬਾਪੂ ਜੀ ਨੇ ਖੜੇ ਹੋ ਕੇ 5 ਮਿੰਟ ਉਹਨਾਂ ਦੀ ਚੰਗੀ ਤਸੱਲੀ ਕਰਾਈ। 4 ਸਾਡੇ ਜਿਹੜੇ ਕਹਿ ਲਓ ਵੀ ਸੀਨੀਅਰ ਆਗੂ ਸੀ ਉੱਥੇ, ਬਾਪੂ ਜੀ ਸੀ, ਚਹਿਲ ਸਾਹਿਬ ਸੀ ਤੇ ਹੋਰ 2 ਸ਼ਖਸੀਅਤਾਂ ਸੀ। 4 ਦਾ ਪਾਰਾ ਜਿਵੇਂ ਜਰਨੈਲ ਹੁੰਦੇ ਆ ਨਾ, ਐ ਸੀ ਵੀ ਇਹਨਾਂ ਨੂੰ ਅੱਜ ਦਿਖਾਵਾਂਗੇ ਅਸੀਂ। ਬਾਪੂ ਜੀ ਕਹਿੰਦੇ ਤੁਸੀਂ ਸਾਨੂੰ ਗੁਲਾਮੀ ਦਾ ਅਹਿਸਾਸ ਹੋਰ ਗੂੜਾ ਕਰਾ ਰਹੇ ਹੋ। ਇੱਕ ਪਾਸੇ ਤਾਂ ਲਾਅ ਇਹ ਕਹਿ ਰਿਹਾ ਰਾਈਟ ਟੂ ਲਾਈਫ ਸ਼ੁੱਡ ਬੀ ਪ੍ਰੋਟੈਕਟਡ, ਜਿਹੜੀ ਲਾਈਫ ਆ ਕਿਸੇ ਦੀ ਵੀ ਉਹ ਪ੍ਰੋਟੈਕਟ ਕਰਨੀ ਚਾਹੀਦੀ ਆ, ਤੇ ਇੱਕ ਪਾਸੇ 25 ਸਾਲਾਂ ਤੋਂ ਬਾਅਦ ਸਾਡੇ ਬੰਦੀ ਸਿੰਘ ਜੇਲਾਂ ਕੱਟੀ ਬੈਠੇ ਆ, ਤੁਸੀਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ। ਫਿਰ ਕਿਹੜਾ ਲਾਅ ਤੁਸੀਂ ਸਾਨੂੰ ਦਿਖਾ ਰਹੇ ਹੋ? ਕਿਹੜੇ ਲਾਅ ਦੀ ਜੱਜਮੈਂਟ ਸਾਡੇ ਤੇ ਪਾਉਣੇ ਹੋ? ਜਦੋਂ ਸਾਡੇ ਤੇ ਪਾਉਣੀ ਹੋਵੇ ਉਦੋਂ ਲਾਅ ਦੀ ਜੱਜਮੈਂਟ ਸਾਡੇ ਤੇ ਪਾ ਦਿੱਤੀ ਜਾਂਦੀ ਆ, ਜਦੋਂ ਨਸਲਕੁਸ਼ੀ ਕਰਨੀ ਹੋਵੇ ਉਦੋਂ ਸਾਰੀ ਜੱਜਮੈਂਟ ਨਿਕਲ ਜਾਂਦੀ ਆ, ਉਦੋਂ ਇਹਨਾਂ ਦਾ ਸਿਸਟਮ ਵੀ ਇਹਨਾਂ ਦਾ ਸਾਥ ਦਿੰਦਾ। ਉਦੋਂ ਕੋਈ ਲਾਅ ਦੀ ਜੱਜਮੈਂਟ ਸੁਸਾਇਟੀ ਤੇ ਐਗਜ਼ਿਸਟ ਨਹੀਂ ਕਰਦੀ, ਉਦੋਂ ਕੋਈ ਮੋਰਲ ਜੱਜਮੈਂਟ ਐਗਜ਼ਿਸਟ ਨਹੀਂ ਕਰਦੀ। ਤੇ ਜਿਹੜੀ ਗਵਰਨਮੈਂਟ ਨਸਲਕੁਸ਼ੀ ਕਰਾਉਂਦੀ ਆ, ਮੈਜੋਰਿਟੀ, ਤੁਹਾਨੂੰ ਤੁਹਾਡੇ ਆਗੂ ਦਾ ਪਤਾ ਹੋਣਾ ਚਾਹੀਦਾ, ਤੁਹਾਨੂੰ ਤੁਹਾਡੇ ਜਰਨੈਲ ਦਾ ਪਤਾ ਹੋਣਾ ਚਾਹੀਦਾ, ਤੁਹਾਨੂੰ ਤੁਹਾਡੀ ਸਿਆਸਤ ਦਾ ਪਤਾ ਹੋਣਾ ਚਾਹੀਦਾ। ਸਾਰੀ ਸਿਆਸਤ ਦਿੱਲੀ ਤੋਂ ਰਚੀ ਜਾ ਰਹੀ ਆ। ਕੋਈ ਆਮ ਆਦਮੀ ਪਾਰਟੀ ਆ ਜੇ, ਕੋਈ ਇੱਥੋਂ ਜਿਹੜੇ ਰਹਿੰਦੇ ਆ ਉਹ ਵੀ ਦਿੱਲੀ ਜਾ ਕੇ ਕਾਰਾਂ ਇੱਥੋਂ ਭਜਾਉਂਦੇ ਆ। ਜਦੋਂ ਕੋਈ ਫੈਸਲਾ ਲੈਣਾ ਹੋਵੇ ਤੀਜੇ ਕੁ ਦਿਨ ਮੁੱਖ ਮੰਤਰੀ ਬਦਲ ਦਿੰਦੇ ਆ, ਉਹਦਾ ਆਏ ਨਚਾਉਂਦੇ ਆ। ਯਾਰ ਐਡੀ ਸਾਡੀ ਔਕਾਤ ਸਾਡੀ ਇਹੀ ਰਹਿ ਗਈ? ਫਿਰ ਕਾਹਦਾ ਪਾਤਸ਼ਾਹੀ ਦਾ ਵਾ? ਕਿਉਂ ਅਸੀਂ ਜਾ ਕੇ ਨਤਮਸਤਕ ਹੁੰਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ? ਪੰਜਾਬ ਦੀ ਆਪਦੀ ਕੋਈ ਕੌਮੀਅਤ ਹੀ ਨਹੀਂ ਆ, ਸਾਡੀਆਂ ਜ਼ਮੀਰਾਂ ਹੀ ਨਹੀਂ ਆ। ਅਸੀਂ ਫਸਲਾਂ ਦੀ ਲੜਾਈ ਲੜਨ ਤੱਕ ਹੀ ਰਹਿ ਗਏ ਕਿ ਨਸਲਾਂ ਦੀ ਲੜਾਈ ਸਾਨੂੰ ਲੜਨੀ ਨਹੀਂ ਆਉਂਦੀ? ਅਸੀਂ ਜ਼ਮੀਨਾਂ ਬਚਾਉਣ ਤੱਕ ਰਹਿ ਗਏ, ਹੋਂਦ ਦੀ ਲੜਾਈ ਨਹੀਂ ਲੜਨੀ ਆਉਂਦੀ ਸਾਨੂੰ? ਆਈ ਤਾਂ ਸਾਡੇ ਗਲਾਂ ਤੱਕ ਆਈ ਪਈ ਆ ਗੱਲ। ਫਿਰ ਕਦੋਂ ਜਾਗੋਗੇ? ਉਦੋਂ ਜਾਗਾਂਗੇ ਜਦੋਂ ਸਭ ਕੁਝ ਸਾਡੇ ਤੋਂ ਖੁੱਸ ਗਿਆ। ਫਿਰ ਤਾਂ ਇੱਥੇ ਜੇ ਕਿਸੇ ਧੀ ਭੈਣ ਦੀ ਰੱਬ ਨਾ ਕਰੇ ਬੇਪੱਤੀ ਹੋ ਰਹੀ ਹੋਵੇ ਤੇ ਇੱਥੇ ਬੈਠ ਕੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਾਂਗੇ? ਇਹ ਧਰਮ ਆ ਸਾਡਾ? ਫਿਰ ਤਾਂ ਸ਼੍ਰੀ ਸਾਹਿਬ ਲੈ ਕੇ ਨਿਕਲਣਾ ਪਊ ਨਾ। ਤੇ ਇੱਕ ਪਾਸੇ ਧੀ ਭੈਣ ਦੀ ਬੇਪੱਤੀਆਂ ਦਾ ਨਿਆਂ ਲੈਣਾ ਪਿਆ, ਇੱਕ ਪਾਸੇ ਕੁਝ ਐਮਐਲਏ ਆ ਜਿਹੜੇ ਝਾੜੂ ਵਾਲੇ ਤੇ ਹੋਰ ਇਹਨਾਂ ਦੀਆਂ ਸਰਕਾਰਾਂ ਬਣਾਉਣ ਵਾਲਾ ਕੰਮ ਪਿਆ, ਜਿਨ੍ਹਾਂ ਨੇ ਇਹੀ ਕੰਮ ਕਰਨਾ ਸਾਡੇ ਨਾਲ। ਫਿਰ ਤੁਸੀਂ ਕੀ ਕਰੋਗੇ? ਕਿੱਥੇ ਗਈਆਂ ਸਾਡੀਆਂ ਜ਼ਮੀਰਾਂ? ਇਹ ਜ਼ਮੀਨਾਂ ਵੀ ਨਹੀਂ ਬਚਦੀਆਂ। ਇਹ ਵੀ ਭੁੱਲ ਜਾਓ ਤੁਸੀਂ ਵੀ ਪੰਥ ਤੋਂ ਬਿਨਾਂ ਜ਼ਮੀਨਾਂ ਬਚ ਜਾਣਗੀਆਂ। ਇੱਕ ਗੱਲ ਮੀਡੀਆ ਨੂੰ ਖਾਸ ਕਰਕੇ ਆਪਾਂ ਕਹਿਣੀ ਆ, ਜਿਹੜਾ ਮੀਡੀਆ ਅੱਜ ਪੈਸੇ ਲੈ ਕੇ ਕਦੇ ਬਾਦਲਕਿਆਂ ਪਿੱਛੇ, ਕਦੇ ਝਾੜੂ ਵਾਲਿਆਂ ਪਿੱਛੇ, ਕਦੇ ਕਾਂਗਰਸ ਪਿੱਛੇ, ਕਦੇ ਬੀਜੇਪੀ ਕੇ ਪਿੱਛੇ ਫਿਰਦਾ ਨਾ, ਇੱਥੇ ਕੋਈ ਮੀਡੀਆ ਹਜੇ ਤੱਕ ਕੋਈ ਮੀਡੀਆ ਨਹੀਂ ਆਇਆ। ਪੰਥ ਦਾ ਮਿਹਣਾ ਨਾ ਲੈ ਲਿਓ ਕਿਤੇ, ਇਹਨਾਂ ਨੂੰ ਪਹੁੰਚਾ ਦਿਓ ਇਹ ਗੱਲਾਂ। ਕੋਈ ਪੰਜਾਬ ਦਾ ਮੀਡੀਆ ਇੱਥੇ ਮੇਨ ਸਟ੍ਰੀਮ ਬੋੜਿਆ ਨਹੀਂ। ਪੰਥ ਦੇ ਮਿਹਣੇ ਸਦੀਆਂ ਤੱਕ ਨਹੀਂ ਪਿੱਛਾ ਛੱਡਦੇ। ਪਰਿਵਾਰ ਗੁਜ਼ਰ ਜਾਂਦੇ ਆ, ਸਦੀਆਂ ਗੁਜ਼ਰ ਜਾਂਦੀਆਂ, ਨਸਲਾਂ ਗੁਜ਼ਰ ਜਾਂਦੀਆਂ, ਪੰਥ ਦਾ ਮਿਹਣਾ ਨਹੀਂ ਲੈਂਦਾ। ਇਹਨਾਂ ਨੂੰ ਕਹਿ ਦਿਓ ਪੰਥ ਵਿਰੋਧੀ ਤੁਹਾਨੂੰ ਐਲਾਨਿਆ ਜਾਊਗਾ ਜੇ ਤੁਸੀਂ ਸਰਦਾਰ ਮਾਨ ਦੀ ਚੋਣ ਪ੍ਰਚਾਰ ਦੇ ਵਿੱਚ ਆ ਕੇ ਉਹਨਾਂ ਦੀਆਂ ਇੰਟਰਵਿਊਆਂ ਨਹੀਂ ਕਰੋਗੇ ਜਾਂ ਉਹਨਾਂ ਨੂੰ ਸਪੇਸ ਨਹੀਂ ਦਿਓਗੇ। ਸਾਰੀ ਗੱਲ ਹੀ ਇਹ ਪੈਸੇ ਦੇ ਆਧਾਰਿਤ ਹੋਗੀ। ਜਿਹਦੇ ਕੋਲੇ ਪੈਸਾ ਉਹ ਚੋਣਾਂ ਲੜੀ ਜਾਂਦਾ, ਉਹੀ ਸਾਡੀ ਮਾਨਸਿਕਤਾ ਵੀ ਘੜ ਦਿੰਦਾ, ਉਹੀ ਸਾਨੂੰ ਪਿੱਛੇ ਲਾਈ ਫਿਰਦਾ। ਫਿਰ ਗੱਲ ਹੁਣ ਸਾਡੇ ਵਕਾਰ ਤੇ ਆ ਗਈ ਆ। ਵਾਕਈ ਲੜਾਈ ਹੋਂਦ ਦੀ ਆ, ਕਿਸਾਨੀ ਸੰਘਰਸ਼ ਤੇ ਖਤਮ ਨਹੀਂ ਹੋਈ ਆਖੇ। ਉਹਦਾ ਪਹਿਲੀ ਇੱਕ ਪਲਾਂਘ ਪੱਟੀ ਸੀ ਆਪਾਂ। ਲੜਾਈ ਹੋਂਦ ਦੀ ਆ, ਲੜਨੀ ਆ ਕਿ ਨਹੀਂ ਲੜਨੀ? ਬਾਬੇ ਦੀਪ ਸਿੰਘ ਵਾਂਗੂ ਲਕੀਰ ਖਿੱਚ ਕੇ ਲੜਨੀ ਪੈਣੀ ਆ, ਤੇ ਜੇ ਨਾ ਲੜ ਸਕੇ ਕਬੂਤਰ ਵਾਂਗੂ ਅੱਖਾਂ ਮੀਚੀ ਬੈਠੇ ਰਹੇ, ਫਿਰ ਇਦੋਂ ਬਾਅਦ ਕੁਝ ਨਹੀਂ ਵੱਟੀ ਦਾ। ਕਈ ਸਮੇਂ ਕੌਮਾਂ ਤੇ ਇਹੋ ਜਿਹੇ ਆਉਂਦੇ ਆ, ਜਦੋਂ ਯਹੂਦੀਆਂ ਤੇ ਇਹ ਸਮਾਂ ਆਇਆ ਸੀ ਨਾ, ਉਹਨਾਂ ਨੇ ਆਪਦੇ ਲੀਡਰ ਵੀ ਪਛਾਣ ਲਏ ਸੀ ਤੇ ਉਹਨਾਂ ਨੇ ਆਪਦੇ ਆਪ ਨੂੰ ਬੰਦ ਕਰ ਲਿਆ ਸੀ ਵੀ ਹੁਣ ਸਾਡੇ ਚ ਬਾਹਰ ਆਉਣਾ ਕੋਈ ਵੜ ਸਕੇ। ਹੁਣ ਅਸੀਂ ਮੰਥਨ ਕਰਨਾ, ਬ੍ਰੇਨਸਟਾਰਮ ਕਰਨਾ, ਅੰਦਰ ਆਪਦੀ ਕੌਮ ਨੂੰ ਸੇਧ ਦੇਣੀ ਆ, ਆਪਦੇ ਆਗੂ ਰਚਨੇ ਆ, ਸਾਡੇ ਬੁੱਧੀਜੀਵੀ ਸਾਨੂੰ ਹੁਣ ਕੋਈ ਸੇਧ ਦੇਣ। ਪਰ 40 ਸਾਲਾਂ ਤੋਂ ਸਾਡਾ ਆਗੂ ਸਾਡੇ ਕੋਲੇ ਆਉਂਦਾ, ਅਸੀਂ ਨਿਰਾਸ਼ ਕਰਕੇ ਤੋਰ ਦਿੰਦੇ ਆ। ਗਲਤੀ ਉਹਨਾਂ ਦੀ ਥੋੜੀ ਆ, ਹਾਰ ਉਹਨਾਂ ਦੀ ਕਦੇ ਹੋਈ ਨਹੀਂ, ਹਾਰ ਸਾਡੀ ਹੋਈ ਹੈ।
ਸੋ ਇਸ ਕਰਕੇ ਬੇਨਤੀ ਮੇਰੀ ਇਹੀ ਆ, ਸਾਰੀ ਕੌਮ ਨੂੰ, ਸਾਰੇ ਮੁਸਲਿਮ ਭਾਈਚਾਰੇ ਨੂੰ, ਈਵਨ ਪੰਜਾਬ 'ਚ ਰਹਿੰਦੇ ਹਿੰਦੂਆਂ ਨੂੰ, ਜਦੋਂ ਪੰਜਾਬ ਤੇ ਜ਼ੁਲਮ ਹੋਇਆ ਬਖਸ਼ਣੇ ਹਿੰਦੂ ਵੀ ਨਹੀਂ ਉਹਨਾਂ ਨੇ। ਸੋ ਕੌਮੀਅਤ ਨੂੰ ਪਛਾਣੋ, ਬਾਂਦਰ ਵਾਂਗੂ ਢਾਣਾ ਲਿਆ ਕਰੋ ਜਿਹੜਾ ਬੰਦਾ ਕੌਮੀਅਤ ਦੀ ਗੱਲ ਕਰਦਾ। ਸਾਡਾ ਫਰਜ਼ ਆ ਕੌਮੀਅਤ ਦੀ ਗੱਲ ਕਰਨੀ। ਕੇਲੇ ਵੱਲ ਨੂੰ ਜਾਵਾਂਗੇ ਹੀ ਜਾਵਾਂਗੇ। ਜੇ ਤੁਸੀਂ ਆਪ ਹੀ ਢਾਉਣ ਲੱਗ ਗਏ ਫਿਰ ਦੁਸ਼ਮਣ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਜਾਣਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ ਜੀ। ਆਪਦੀ ਗੈਰਤ ਨੂੰ ਤੇ ਆਪਦੇ ਵਕਾਰ ਨੂੰ ਅਸੀਂ ਜਿਉਂਦਾ ਰੱਖੀਏ। ਇਹ ਸਾਡਾ ਹੁਣ ਫਰਜ਼ ਇਹ ਆ ਵੀ ਮਾਨ ਸਾਹਿਬ ਨੂੰ ਜਿਤਾ ਕੇ ਆਪਾਂ ਇੱਥੋਂ ਭੇਜੀਏ। ਤੁਸੀਂ ਇਸ ਇਲਾਕੇ ਦੇ ਇੱਥੇ ਰਹਿੰਦੇ ਹੋ, ਇਸ ਇਲਾਕੇ ਨੂੰ ਬਿਲੋਂਗ ਕਰਦੇ ਹੋ, ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਤੁਹਾਡੀ ਬਣ ਜਾਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਦੀਪ ਸਿੱਧੂ ਦਾ ਸਤਿਕਾਰ ਕਰੇਗੀ ਇੱਥੋਂ ਦੀ ਜਿਹੜੀ ਸਾਡੀ ਨੌਜਵਾਨ ਕਮੇਟੀ ਹੈ।